ਸਾਕਾ ਪੰਜਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮੌਕੇ ਸਰਦਾਰ ਅਮਨਜੀਤ ਸਿੰਘ ਹੋਰਾਂ ਵੱਲੋਂ ਲਿਖੀ ਗਈ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਕਿਤਾਬ ਸਾਕਾ ਸ਼੍ਰੀ ਪੰਜਾ ਸਾਹਿਬ। ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਹਸਨ ਅਬਦਾਲ ਅੱਜਕੱਲ ਪਾਕਿਸਤਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਹੋਣ ਦਾ ਮਾਣ ਪ੍ਰਾਪਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਦਾਸੀਆਂ ਦੌਰਾਨ 1520 ਈਸਵੀ ਨੂੰ ਇਸ ਸਥਾਨ ਤੇ ਪਹੁੰਚੇ ਸੀ। ਇੱਥੇ ਇੱਕ ਉੱਚੀ ਪਹਾੜੀ ਤੇ ਪਾਣੀ ਦੇ ਚਸ਼ਮੇ ਤੇ ਕਾਵਜ ਕੰਧਾਰੀ ਨਾਂ ਦਾ ਵਲੀ ਰਹਿੰਦਾ ਸੀ। ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਤੇ ਆਪ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਆਗਿਆ ਪ੍ਰਾਪਤ ਕਰਕੇ ਵਲੀ ਕੰਧਾਰੀ ਤੋਂ ਪੀਣ ਲਈ ਪਾਣੀ ਮੰਗਣ ਗਏ। 2 ਵਾਰ ਪਾਣੀ ਮੰਗਣ ਤੇ ਵਲੀ ਕੰਧਾਰੀ ਨੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਦੇਖ ਕੇ ਹੱਥ ਵਿੱਚ ਫੜੀ ਸੋਟੀ ਨੂੰ ਉਸ ਪਹਾੜੀ ਦੀ ਜੜ ਵਿੱਚ ਮਾਰਿਆ ਜਿਸ ਤੇ ਵਲੀ ਕੰਧਾਰੀ ਨਿਵਾਸ ਕਰਦਾ ਸੀ ਤੇ ਉੱਥੋਂ ਜਲ ਦਾ ਸੋਮਾ ਵਗ ਤੁਰਿਆ। ਭਾਈ ਮਰਦਾਨਾ ਜੀ ਜਲ ਛਕ ਕੇ ਤ੍ਰਿਪਤ ਹੋਏ। ਉਧਰ ਨਾਲ ਹੀ ਪਹਾੜੀ ਉੱਪਰ ਜੋ ਵਲੀ ਕੰਧਾਰੀ ਪਾਸ ਪਾਣੀ ਦਾ ਚਸ਼ਮਾ ਸੀ ਉਹ ਖੁਸ਼ਕ ਹੋ ਗਿਆ। ਵਲੀ ਕੰਧਾਰੀ ਨੇ ਪਹਾੜੀ ਤੋਂ ਥੱਲੇ ਵੱਲ ਵੇਖਿਆ ਕਿ ਗੁਰੂ ਸਾਹਿਬ ਨੇ ਉਸ ਦਾ ਪਾਣੀ ਸੁਕਾ ਕੇ ਹੇਠ ਚਸ਼ਮਾ ਵਗਾ ਲਿਆ ਏ। ਉਹ ਬਹੁਤ ਗੁੱਸੇ ਵਿੱਚ ਆਇਆ। ਉਸਨੇ ਗੁਰੂ ਸਾਹਿਬ ਨੂੰ ਕੁਚਲ ਦੇਣ ਤੇ ਨਿਕਲਦੇ ਹੋਏ ਚਸ਼ਮੇ ਨੂੰ ਬੰਦ ਕਰਨ ਲਈ ਪਹਾੜੀ ਦਾ ਇੱਕ ਟਿੱਲਾ ਗੁਰੂ ਸਾਹਿਬ ਵੱਲ ਨੂੰ ਰੋੜ ਦਿੱਤਾ ਤੇ ਆਪਣੀ ਕਰਾਮਾਤ ਦਾ ਚਮਤਕਾਰ ਦਿਖਾਇਆ। ਇਹ ਟਿੱਲਾ ਚਸ਼ਮੇ ਦੇ ਉੱਪਰ ਵੱਲ ਗੁਰੂ ਸਾਹਿਬ ਦੇ ਉੱਤੇ ਨੂੰ ਆਇਆ। ਗੁਰੂ ਸਾਹਿਬ ਨੇ ਆਪਣੇ ਸੱਜੇ ਹੱਥ ਨਾਲ ਉਸ ਟਿੱਲੇ ਨੂੰ ਰੋਕਿਆ ਤਾਂ ਗੁਰੂ ਸਾਹਿਬ ਦਾ ਪੰਜਾ ਟਿੱਲੇ ਵਿੱਚ ਗੱਡ ਗਿਆ। ਵਲੀ ਕੰਧਾਰੀ ਨੇ ਆਪਣੀ ਸ਼ਕਤੀ ਦਾ ਬਲ ਬਥੇਰਾ ਲਾਇਆ ਪਰ ਟਿੱਲਾ ਉੱਥੋਂ ਨਾ ਹਿੱਲਿਆ। ਸੋ ਇਸ ਤਰ੍ਹਾਂ ਪੰਜੇ ਦਾ ਨਿਸ਼ਾਨ ਟਿੱਲੇ ਵਿੱਚ ਸਦਾ ਲਈ ਕਾਇਮ ਹੋ ਗਿਆ ਤੇ ਸਮਾਂ ਪਾ ਕੇ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਪ੍ਰਸਿੱਧ ਹੋਇਆ। ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਮੁੱਢਲੇ ਹਾਲਾਤ। ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਦੁਰਾਨੀਆਂ ਦੇ ਹਮਲੇ ਤੱਕ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵਾਲੇ ਸਥਾਨ ਦੀ ਮੁਸਲਮਾਨ ਫਕੀਰ ਹੀ ਸੇਵਾ ਕਰਦੇ ਆ ਰਹੇ ਸੀ। ਉਪਰੰਤ ਭਾਈ ਈਸ਼ਰ ਸਿੰਘ ਜੀ ਦੇ ਬਜ਼ੁਰਗਾਂ ਨੇ ਗੁਰਦੁਆਰਾ ਪੰਜਾ ਸਾਹਿਬ ਆਬਾਦ ਕੀਤਾ। ਫਿਰ ਭਾਈ ਨਰੈਣ ਸਿੰਘ ਦੀ ਸੱਸ ਮਾਈ ਸੁੱਧੀ ਦੇ ਸਮੇਂ ਸਰਦਾਰ ਹਰੀ ਸਿੰਘ ਨਲਵਾ ਤੇ ਸੰਗਤ ਨੇ ਗੁਰਦੁਆਰਾ ਸਾਹਿਬ ਦਾ ਸਰੋਵਰ ਤੇ ਇਮਾਰਤ ਤਿਆਰ ਕਰਵਾਈ। ਗੁਰਦੁਆਰਾ ਸਾਹਿਬ ਦੇ ਗੁੰਬਦ ਦੀ ਸੇਵਾ ਸਰਦਾਰ ਹੁਕਮ ਸਿੰਘ ਚਿਮਨੀ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਬਹਾਦਰ ਫੌਜੀ ਸਰਦਾਰ ਸੀ ਵੱਲੋਂ ਕੀਤੀ ਗਈ ਤੇ ਨਿਸ਼ਾਨ ਸਾਹਿਬ ਵੀ ਆਪ ਨੇ ਹੀ ਕਾਇਮ ਕੀਤਾ। ਸਰਦਾਰ ਹਰੀ ਸਿੰਘ ਨਲਵਾ ਨੇ ਗੁਰਦੁਆਰਾ ਸਾਹਿਬ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਨ ਕੀਤਾ। ਉਪਰੰਤ ਫੌਜ ਲੈ ਕੇ ਹਰੀਪੁਰ ਦੇ ਇਲਾਕੇ ਵਿੱਚ ਮੁਸਲਮਾਨਾਂ ਦੀ ਬਗਾਵਤ ਨੂੰ ਦਬਾਉਣ ਚਲੇ ਗਏ ਤੇ ਇਲਾਕੇ ਨੂੰ ਫਤਿਹ ਕੀਤਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜ਼ਿਲ੍ਹਾ ਅਟਕ ਦੇ ਪਿੰਡ ਖੁਰਾ ਖੇਲ ਵਿੱਚ ਗੁਰਦੁਆਰਾ ਸਾਹਿਬ ਲਈ 500 ਰੁਪਏ ਸਾਲਾਨਾ ਜਾਗੀਰ ਲਾਈ ਜੋ ਬਾਅਦ ਵਿੱਚ ਉੱਥੋਂ ਤਬਦੀਲ ਹੋ ਕੇ ਹਸਨ ਅਬਦਾਲ ਦੇ ਮਾਲੀਏ ਵਿੱਚੋਂ ਗੁਰਦੁਆਰਾ ਸਾਹਿਬ ਨੂੰ ਮਿਲ ਗਈ। ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦਾ ਇਲਾਕਾ ਸਿੱਖ ਰਾਜ ਤੋਂ ਪਹਿਲਾਂ ਅਫਗਾਨਿਸਤਾਨ ਦੇ ਨਾਲ ਸ਼ਾਮਲ ਸੀ। ਇੱਥੇ ਕਾਬਲ ਦੇ ਪਠਾਨਾਂ ਦਾ ਰਾਜ ਸੀ। ਉਪਰੰਤ ਮਿਸਲਾਂ ਦੇ ਵੇਲੇ ਸਿੱਖਾਂ ਨੇ ਇਹ ਇਲਾਕਾ ਫਤਿਹ ਕੀਤਾ। ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਇਲਾਕੇ ਨੂੰ ਪੱਕੇ ਤੌਰ ਤੇ ਸਿੱਖ ਰਾਜ ਵਿੱਚ ਸ਼ਾਮਿਲ ਕਰ ਲਿਆ। ਸ਼੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿੱਚ ਮਹਾਰਾਜਾ ਸਾਹਿਬ ਦੇ ਸਮੇਂ ਵਿੱਚ ਸਿੱਖਾਂ ਦੀ ਛਾਉਣੀ ਵੀ ਸੀ। ਸਰਦਾਰ ਹਰੀ ਸਿੰਘ ਨਲਵਾ ਇੱਥੇ ਆ ਕੇ ਠਹਿਰਿਆ ਕਰਦੇ ਸੀ। ਉਹਨਾਂ ਦਾ ਮੁਨਸ਼ੀ ਖਾਨਾ ਵੀ ਇੱਥੇ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਹੀ ਸਰਦਾਰ ਹਰੀ ਸਿੰਘ ਨਲਵਾ ਸਿੱਖ ਸਰਦਾਰਾਂ ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ ਤੇ ਹੋਰ ਸੰਗਤਾਂ ਨੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੀ ਸੇਵਾ ਕੀਤੀ। ਉਂਝ ਮਹਾਰਾਜਾ ਸਾਹਿਬ ਇਸ ਇਲਾਕੇ ਵਿੱਚ ਫੌਜੀ ਤੇ ਮੁਲਕੀ ਕਾਰਵਾਈਆਂ ਆਦਿ ਸੰਬੰਧੀ 11 ਵਾਰ ਆਏ। 2 ਵਾਰ ਖਾਸ ਤੌਰ ਤੇ
वो गुरुद्वारा श्री पंजा साहिब के दर्शन दीदार करने लिए आए सी। गुरुद्वारा श्री पंजा साहिब का पंथक प्रबंध विच आउणा। गुरुद्वारा साहिब का प्रबंध 1920 ईस्वी के समय सब तो अखीरले महंत भाई मिठा सिंह पास सी, जिन्हां बारे 16 नवंबर नूं बाद दोपहर अकाल चलाना कर जाण दी सूचना प्राप्त हुई। गुरुद्वारा साहिब का कब्जा लैण लई 18 नवंबर 1920 ईस्वी नूं सरदार करतार सिंह झब्बर की अगवाई विच अकाली जथे ते अकाली आगू रेल राही श्री पंजा साहिब पहुंचे। ज्ञानी शेर सिंह, सरदार गोपाल सिंह सागरी ਅਤੇ ਹੋਰ ਮੁਖੀ ਸਿੱਖਾਂ ਨੇ ਜਥੇ ਦਾ ਸਵਾਗਤ ਕੀਤਾ। ਮੁਖੀ ਸਿੱਖ ਆਗੂਆਂ ਤੇ ਮਹੰਤ ਦੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਵਿਚਾਰਾਂ ਉਪਰੰਤ ਮਹੰਤ ਸੰਤ ਸਿੰਘ ਤੇ ਉਸਦੇ ਕੁਝ ਸਾਥੀਆਂ ਵੱਲੋਂ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਤੇ ਸੰਗਤ ਅਤੇ ਮਹੰਤ ਵਿਚਾਲੇ ਟਕਰਾਅ ਵੱਧ ਗਿਆ ਤੇ 19-20 ਨਵੰਬਰ ਤੋਂ ਲੈ ਕੇ ਇੱਕ ਹਫ਼ਤਾ ਦਿਨ ਰਾਤ ਖਤਰਾ ਰਿਹਾ। पर अकाल पुरख की कृपा नाल लहू की एक बूंद डुले बिना ही मोर्चा फतेह हो गया। 22 नवंबर 1920 ईस्वी नूं गुरुद्वारा साहिब श्रोमणी गुरुद्वारा प्रबंधक कमेटी श्री अमृतसर के प्रबंध अधीन आ गया। उस समय जो गुरुद्वारा साहिब श्रोमणी गुरुद्वारा प्रबंधक कमेटी नाल संबंधित हो रहे सी, उन्हां विचों कईयां दा प्रबंध मैनेजरां राहीं हुंदा सी, पर गुरुद्वारा श्री पंजा साहिब लई मुढ़ तो ही एक स्थानक गुरुद्वारा प्रबंधक कमेटी बनाई हुई सी, जो श्रोमणी गुरुद्वारा प्रबंधक कमेटी की निगरानी हेठ गुरुद्वारे की सेवा संभाल करती सी। 1920 ईस्वी तो 1926 ईस्वी तक गुरुद्वारे का प्रबंध इसी तरह रहा ते इस तो पिछों प्रबंध गुरुद्वारा एक्ट अनुसार बनी स्थानक गुरुद्वारा प्रबंधक कमेटी श्री पंजा साहिब दे सपुर्द होया। इस कमेटी दी हर तीजे साल चोण हुंदी सी ते इस दे मैंबर गिनती विच 9 हुंदे सन। 1947 ईस्वी दी भारत पाकिस्तान वंड तो बाद ये पवित्र अस्थान पाकिस्तान विखे रह गया ते हुण पाकिस्तान सिख गुरुद्वारा प्रबंधक कमेटी ते औकाफ बोर्ड वालों इस अस्थान की देख रेख जारी है। साका श्री पंजा साहिब गुरुद्वारा प्रबंध सुधार लहर गुरुद्वारियां विचों कुरीतियां दूर करन ते प्रबंध नूं ठीक करके पंथक प्रबंध हेठ लियाउण लई आरंभ हुई। इस लहर का 1920 ईस्वी तो 1925 ईस्वी तक बड़ा जोर रहा। इस दौरान गुरुद्वारा श्री ननकाना साहिब, गुरुद्वारा श्री तरनताਰਨ साहिब, गुरुद्वारा श्री पंजा साहिब ते गुरुद्वारा श्री गंगसर साहिब जैतो विच शहीदी साके हुए ते गुरुद्वारा गुरु का बाग जिला अमृतसर ते गुरुद्वारा भाई फेरू सियालकोट विच मोर्चे लगे। 20वीं सदी विच गुरुद्वारा प्रबंध सुधार लहर समय खालसे ने सिੱਖੀ सिदक निभाया ते शांतमई कुर्बानी दे पूरने पाई। सिख संगतां गुरु गुरबाणी ते गुरुद्वारियां नूं प्राणां तो प्यारे जीवन दाता समझते हैं ते इन्हां पर आपा कुर्बान करन तो भी गुरेज नहीं करते। 22 अगस्त 1922 ईस्वी तो गुरु के बाग दा शांतमई मोर्चा शुरू हो गया, जिस विच हजारां सिंघां ने शांतमई रह के बड़ी दृढ़ता नाल बीटी दियां डांगां खादियां। अपनियां छातियां उत्ते अंग्रेज सरकार दे घोड़ियां दियां सुम्मां नूं बर्दाश्त कीता। सरकार ने गुरु के बाग दे मोर्चे विच शामिल हो रहे जथियां ते तशद्दद करन उपरंत सिंघां नूं जेलां विच भेजना शुरू कर दिता। जथियां दे सिंघां दी गिणती वधन कारण श्री अमृतसर दीयां जेलां भर चुकियां सी। इत्थों सिंघां नूं रावलपिंडी, अटक ते होर जेलां विच रेल गड्डी राहीं भेजना शुरू कर दिता गया। गुरु के बाग के मोर्चे विच साबका फौजी पेंशनरियां दा भी एक जथा गिरफ्तार होया, जिस दे मुखी सूबेदार अमर सिंह पिंड धालीवाल, रियासत कपूरथला ते मीत जथेदार मास्टर चतर सिंह
ਹਵਲਦਾਰ ਪਲਟਨ ਨੰਬਰ 19 ਸਨ। ਇਸ ਜਥੇ ਨੂੰ ਨਵਾਬ ਅਸਲਮ ਹਯਾਤ ਖਾਨ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ 2.5 ਸਾਲ ਕੈਦ, ਸਖਤ ਤੇ 100 ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ। 29 ਅਕਤੂਬਰ 1922 ਈਸਵੀ ਨੂੰ ਅੰਮ੍ਰਿਤਸਰ ਤੋਂ ਰਾਤ ਦੀ ਗੱਡੀ ਇਸ ਜਥੇ ਨੂੰ ਅਟਕ ਜੇਲ੍ਹ ਭੇਜਿਆ ਗਿਆ। 30 ਅਕਤੂਬਰ ਨੂੰ ਇਹ ਗੱਡੀ ਗੁਜਰਾਂਵਾਲੇ ਪੁੱਜੀ। 30 ਅਕਤੂਬਰ 1922 ਈਸਵੀ ਨੂੰ ਸਵੇਰ ਦੇ 10 ਵਜੇ ਦਾ ਵੇਲਾ ਸੀ। ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੀ ਸੰਗਤ ਨੂੰ ਹਸਨ ਅਬਦਾਲ ਦੇ ਰੇਲਵੇ ਸਟੇਸ਼ਨ ਤੋਂ ਜਥੇ ਲੰਘਣ ਦੀ ਇਤਲਾਹ ਮਿਲ ਗਈ ਸੀ। ਗੁਜਰਾਂਵਾਲੇ ਸਟੇਸ਼ਨ ਤੇ ਭਾਈ ਅਮਰੀਕ ਸਿੰਘ, ਡਾਕਟਰ ਮਹਾ ਸਿੰਘ, ਸਰਦਾਰ ਨਾਰਾਇਣ ਸਿੰਘ, ਵਕੀਲ ਮਾਸਟਰ ਛੈਬਰ ਸਿੰਘ ਤੇ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਜਥੇ ਦਾ ਸਵਾਗਤ ਕੀਤਾ। ਫਲ, ਮਠਿਆਈਆਂ ਤੇ ਹੋਰ ਕਈ ਚੀਜ਼ਾਂ ਭੇਟ ਕੀਤੀਆਂ। ਜਿਸ ਗੱਡੀ ਵਿੱਚ ਫੌਜੀ ਸਿੰਘ ਅਟਕ ਜਾ ਰਹੇ ਸਨ ਉਹ ਸਪੈਸ਼ਲ ਰੇਲ ਸੀ। ਦੁਪਹਿਰ ਦੇ ਵਕਤ ਰਾਵਲਪਿੰਡੀ ਪੁੱਜ ਗਈ ਸੀ। ਗੁਜਰਾਂਵਾਲੇ ਤੋਂ ਜਦੋਂ ਇਹ ਖਬਰ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਪੁੱਜੀ ਤਾਂ ਸੰਗਤ ਨੇ ਗੱਡੀ ਵਿੱਚ ਜਾ ਰਹੇ ਸਿੰਘਾਂ ਨੂੰ ਪ੍ਰਸ਼ਾਦ ਛਕਾਉਣ ਦੀ ਵਿਉਂਤ ਬਣਾਈ ਤੇ ਤਿਆਰੀ ਸ਼ੁਰੂ ਕਰ ਦਿੱਤੀ। ਜਦ ਕੁਝ ਮੁਖੀਆਂ ਨੇ ਸਟੇਸ਼ਨ ਮਾਸਟਰ ਤੋਂ ਪੁੱਛਿਆ ਤਾਂ ਉਸਨੇ ਕਿਹਾ ਕਿ ਗੱਡੀ ਇੱਥੇ ਨਹੀਂ ਰੁਕੇਗੀ, ਸਿੱਧੀ ਅਟਕ ਜਾਵੇਗੀ। ਇਹ ਸੁਣ ਕੇ ਸ਼੍ਰੀ ਪੰਜਾ ਸਾਹਿਬ ਦੀ ਸੰਗਤ ਨੂੰ ਬਹੁਤ ਨਿਰਾਸ਼ਤਾ ਹੋਈ। ਉਸ ਸਮੇਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਨੇ ਸੰਗਤ ਨੂੰ ਕਿਹਾ ਕਿ ਗੱਡੀ ਜ਼ਰੂਰ ਖੜੀ ਹੋਵੇਗੀ, ਅਸੀਂ ਆਪਣੇ ਵੀਰਾਂ ਨੂੰ ਪ੍ਰਸ਼ਾਦ ਛਕਾ ਕੇ ਹੀ ਅੱਗੇ ਜਾਣ ਦੇਵਾਂਗੇ। ਦੋਹਾਂ ਨੇ ਜਾਨ ਵਾਰ ਕੇ ਭਰਾਵਾਂ ਦੀ ਸੇਵਾ ਕਰਨ ਲਈ ਮਨ ਬਣਾ ਲਿਆ ਤੇ ਪ੍ਰਤਿੱਗਿਆ ਬੜੀ ਕਠਿਨ ਸੀ, ਪਰ ਉਹਨਾਂ ਨੇ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਉਹਨਾਂ ਦੀ ਪ੍ਰਤਿੱਗਿਆ ਨੂੰ ਪੂਰਾ ਕਰਨ। ਉਹ ਸੰਗਤ ਸਮੇਤ ਰੇਲਵੇ ਸਟੇਸ਼ਨ ਪਰ ਪੁੱਜ ਗਈ। ਰੇਲ ਗੱਡੀ ਰਾਵਲਪਿੰਡੀ ਤੋਂ ਚੱਲ ਕੇ ਹਸਨ ਅਬਦਾਲ ਸਟੇਸ਼ਨ ਦੇ ਲਾਗੇ ਪੁੱਜ ਚੁੱਕੀ ਸੀ ਤੇ ਸਟੇਸ਼ਨ ਮਾਸਟਰ ਨੇ ਲਾਈਨ ਕਲੀਅਰ ਦਾ ਸਿਗਨਲ ਦਿੱਤਾ ਹੋਇਆ ਸੀ। ਗੱਡੀ ਦੇ ਖਲੋਣ ਦੀ ਕੋਈ ਆਸ ਨਹੀਂ ਸੀ। ਇਹ ਵੇਖ ਕੇ ਸੰਗਤ ਰੇਲਵੇ ਲਾਈਨ ਤੇ ਬੈਠ ਗਈ ਤੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਦੋਵੇਂ ਸਭ ਤੋਂ ਅੱਗੇ ਸੀ। ਗੱਡੀ ਦੇ ਡਰਾਈਵਰ ਨੇ ਰੇਲਵੇ ਲਾਈਨ ਤੇ ਬੈਠੀ ਸੰਗਤ ਨੂੰ ਦੇਖ ਕੇ ਬਥੇਰੇ ਹਾਰਨ ਦਿੱਤੇ, ਪਰ ਕਿਸੇ ਨੇ ਵੀ ਕੋਈ ਪਰਵਾਹ ਨਾ ਕੀਤੀ। ਉਹ ਮੌਤ ਤੋਂ ਨਿਰਭੈ ਹੋ ਚੁੱਕੇ ਸੀ। ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਦੀ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਸੀ। ਸ਼ਹੀਦ ਭਾਈ ਪ੍ਰਤਾਪ ਸਿੰਘ। ਭਾਈ ਪ੍ਰਤਾਪ ਸਿੰਘ ਜੀ ਦਾ ਜਨਮ ਮਿਤੀ 26 ਮਾਰਚ 1899 ਈਸਵੀ ਨੂੰ ਪਿੰਡ ਅਕਾਲਗੜ੍ਹ, ਜ਼ਿਲ੍ਹਾ ਗੁਜਰਾਂਵਾਲੇ ਵਿੱਚ ਸਰਦਾਰ ਸਰੂਪ ਸਿੰਘ ਦੇ ਘਰ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਹੋਇਆ। ਉਹਨਾਂ ਦੇ 3 ਵੱਡੇ ਭਰਾ ਸਰਦਾਰ ਮੰਗਲ ਸਿੰਘ, ਸਰਦਾਰ ਤਾਰਾ ਸਿੰਘ ਤੇ ਸਰਦਾਰ ਕਰਮ ਸਿੰਘ ਸਨ। ਆਪ ਦੇ ਪਿਤਾ ਸਰਦਾਰ ਸਰੂਪ ਸਿੰਘ ਸ਼ਰਾਫੀ ਦਾ ਕੰਮ ਕਰਦੇ ਸਨ। ਅਕਾਲਗੜ੍ਹ ਜ਼ਿਲ੍ਹਾ ਗੁਜਰਾਂਵਾਲੇ ਵਿੱਚ ਇੱਕ ਚੰਗਾ ਕਸਬਾ ਸੀ। ਮੁਸਲਮਾਨ ਰਾਜ ਸਮੇਂ ਇਸ ਦਾ ਨਾਂ ਆਲੀਵਾਲ ਸੀ। ਜਦ ਇਹ ਨਗਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾ ਸਿੰਘ ਦੇ ਅਧਿਕਾਰ ਵਿੱਚ ਆਇਆ, ਉਹਨਾਂ ਨੇ ਇਸ ਦਾ ਨਾਮ ਅਕਾਲਗੜ੍ਹ ਰੱਖਿਆ। ਇੱਥੇ ਸਿੱਖਾਂ ਦਾ ਚੰਗਾ ਪ੍ਰਭਾਵ ਸੀ। ਭਾਈ ਪ੍ਰਤਾਪ ਸਿੰਘ ਜੀ ਦੇ ਮਾਤਾ ਪਿਤਾ ਚੰਗੇ ਧਾਰਮਿਕ ਭਾਵ ਵਾਲੇ ਸਨ। ਉਹਨਾਂ ਦਾ ਅਸਰ ਭਾਈ ਪ੍ਰਤਾਪ ਸਿੰਘ ਪਰ ਪੈਣਾ ਕੁਦਰਤੀ ਗੱਲ ਸੀ। ਆਪ ਜੀ ਨੇ 9ਵੀਂ ਜਮਾਤ ਤੱਕ ਵਿਦਿਆ ਅਕਾਲਗੜ੍ਹ ਦੇ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ। 17 ਸਾਲ ਦੀ ਉਮਰ ਵਿੱਚ ਇਹਨਾਂ ਦਾ ਆਨੰਦ ਕਾਰਜ 1916 ਈਸਵੀ ਨੂੰ ਪਿੰਡ ਲੋਹੀਆਂਵਾਲਾ, ਜ਼ਿਲ੍ਹਾ ਗੁਜਰਾਂਵਾਲਾ ਵਿੱਚ ਸਰਦਾਰ ਕਪੂਰ ਸਿੰਘ ਤੇ ਮਾਤਾ ਈਸ਼ਰ ਕੌਰ ਦੀ ਇਕਲੌਤੀ ਪੁੱਤਰੀ ਬੀਬੀ ਹਰਨਾਮ ਕੌਰ ਨਾਲ ਹੋਇਆ। ਭਾਈ ਪ੍ਰਤਾਪ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਦਾ ਬੜਾ ਚੰਗਾ ਜੋੜ ਸੀ। ਆਨੰਦ ਕਾਰਜ ਦੇ ਸਮੇਂ ਕੁਝ ਸਮੇਂ ਬਾਅਦ ਭਾਈ ਪ੍ਰਤਾਪ ਸਿੰਘ ਜੀ ਨੇ ਮੰਡੀ ਭਲਵਾਨ, ਜ਼ਿਲ੍ਹਾ ਸਰਗੋਦਾ ਦੇ ਇੱਕ ਸਕੂਲ ਵਿੱਚ ਬਤੌਰ ਅਧਿਆਪਕ ਨੌਕਰੀ ਕਰ ਲਈ। ਫਿਰ ਸਕੂਲ ਦੀ ਨੌਕਰੀ ਛੱਡ ਕੇ ਕਰਾਚੀ ਵਿੱਚ ਆੜਤ ਦੀ ਦੁਕਾਨ ਤੇ ਲੱਗ ਗਏ।
कराची विच सिंह सभा का बड़ा प्रभाव सी। शानदार सालाना दीवान होया। उत्थे ही भाई प्रताप सिंह जी ने 5 प्यारियां तो अमृत की दात प्राप्त की, जिस नाल सिੱਖੀ सिदक का यह अचरज रंग चढ़ गया। कुछ चिर कराची विच नौकरी करन दे बाद उत्थे भी आप दा जी ना लग्या ते नौकरी छड़ दिती। भाई साहिब दे वड्डे भरा सरदार तारा सिंह ते सरदार करम सिंह सरकारी मुलाजमत विच सन। उन्होंने अपने पास सदके मुल्तान छावनी विच आप जी नूं 60 रुपए मासिक तनख्वाह विच फौजी दफ्तर विच नौकरी शुरू करवा दी। इस दौरान भाई प्रताप सिंह जी दे घर एक पुत्र ने जन्म लिया, जिसका नाम त्रिलोक सिंह रखा गया। पुत्र के जन्म तो कुछ समय बाद आप दी तब्दीली रावलपिंडी छावनी विखे हो गई। फरवरी 1921 ईस्वी विच गुरुद्वारा श्री ननकाना साहिब के साके समेत श्रोमणी गुरुद्वारा प्रबंधक कमेटी ने सिख संगत नूं काले दस्तारे सजाउण दी अपील की। भाई प्रताप सिंह जी ने फौज विच नौकरी करते समय काली दस्तार सजा ली, जिस पर गोरे फौजी अफसरां ने आप नूं बड़ी ताड़ना की ते आपने फौज की नौकरी ही छड्ड दित्ती। इस तो बाद आपने गुरुद्वारा श्री ननकाना साहिब की यात्रा की ते श्री गुरु नानक देव साहिब जी के जन्म स्थान ते होर इतिहासक गुरुद्वारियां दे दर्शन करन दे नाल भाई लक्ष्मण सिंह, सरदार दलीप सिंह ते साके दौरान शहीद सिंघां दे शहीदी अंगीठियां दे भी दर्शन दीदार कीते, जिसने भाई साहिब दे मन विच कुर्बानी दी जवाला नूं होर प्रचंड कर दिता। गुरुद्वारा श्री ननकाना साहिब दे दर्शन करन दे बाद आप 1922 ईस्वी विच गुरुद्वारा श्री पंजा साहिब दे दर्शन करन गए। पंथक प्रबंध विच आउण तो बाद गुरुद्वारा श्री पंजा साहिब की नवी इमारत तैयार हो गई सी। भाई प्रताप सिंह जी ने गुरुद्वारा कमेटी विच बिना तनख्वाह तो सेवावां आरंभ कर लईआं। आप जी ने 6 महीने खजानची अते मैनेजर वजों सेवावां निभाईआं। इस समय आप जी दे इकलौते पुत्र सरदार त्रिलोक सिंह जी नूं किसी मुंडे ने गर्म पानी विच सुट दिता, जिस कारण वो अकाल चलाना कर गई। आपने अपने बच्चे दे चलाने नूं बड़े सबर शुक्र नाल बर्दाश्त किया। भाई साहिब ने अकाल पुरख दे भाणे विच रह के गुरबाणी दा कीर्तन करते हुए अपने पुत्र दे मृतक शरीर का अंतिम संस्कार किया। अपनी धर्म पत्नी बीबी हरनाम कौर नूं भी कहा कि बच्चा वाहिगुरू दी दात सी, जे उसने ले लिया तो शोक करन दी की लोड़ है, उसकी रजा विच राजी रहना चाहिए है। भाई साहिब की शहीदी तो कुछ महीने बाद आप जी के घर पुत्री ने जन्म लिया, जिन्हां दा नाम बीबी जोगिंदर कौर रखा गया सी। 1922 ईस्वी विच गुरुद्वारा गुरु के बाग जिला श्री अमृतसर विच बड़ा जबरदस्त मोर्चा लग्या होया सी। इत्थे पुलिस वालों सिंघां नूं इतनी मार पैंदी सी कि सारे देश परदेश विच हाहाकार मच गई सी। उस समय गुरुद्वारा गुरु के बाग साहिब तो जो जथे फड़ के कैद किए जाते सन, उन्हां नूं अटक जेल पहुंचाया जाता सी। 30 अक्तूबर 1922 ईस्वी के सवेर समय गुरुद्वारा गुरु के बाग के कैदियों की भरी हुई गड्डी ने अटक जाण लई रावलपिंडी तो गुरुद्वारा श्री पंजा साहिब नूं पैंदे स्टेशन हसन अब्दाल विच दी लंघना सी ते गड्डी ने इत्थे रुकना नहीं सी। गुरुद्वारा श्री पंजा साहिब दे स्टाफ ते होर संगत नूं इह पता लग गया सी कि सिंह भुखे गड्डी विच आ रहे ने। वो प्रशादा ते होर लोड़ीदा समान लैके स्टेशन पर पहुंच गए। रेल गड्डी नूं खड़ा करन लई बहुत सारे सिंह रेल गड्डी दी लीह ते बैठ गए। भाई प्रताप सिंह जी की पत्नी भी रेल गड्डी की पटड़ी ते ही संगत दे विचकार बैठ गई। शहीद भाई करम सिंह जी। भाई करम सिंह जी के पिता सरदार भगवान सिंह जी तख्त श्री केसगढ़ साहिब जी के महंत सी।
महाकवि भाई संतोख सिंह जी के पोतरे की धर्म पत्नी भाई करम सिंह जी की भैन सी। भाई भगवान सिंह जी ते श्रीमती माता रूप कौर जी के ग्रह 14 नवंबर 1885 ईस्वी नूं भाई करम सिंह जी का जन्म होया। इस तो पहला इन्हां दे 3 भराता भाई अतर सिंह जी, भाई गुरदित सिंह जी ते भाई हीरा सिंह जी सी। इन्हां दा पहला नाम संत सिंह सी। सुन विच आया कि ये निक्के हुंदे ही शील सुभाव अते गुरबाणी दे रसीए सन। जिथे आप दे साथी खेड़ मल विच गीत गाया करते सी तां उत्थे ही आप एक रस प्रेम विच मगन हो के शब्द गायन करया करदे। आप जी दा गला रसदायक ते सुरीला होण करके ਸਰੋਤੇ स्थिर हो जाया करदे। विशेष करके आप जी संतां के कारज आप खलोया शब्द प्रेम सहित गाया करते सी। इसे करके आप दा नाम संत सिंह रखा गया सी। इस बिरती नूं देख के निकटवर्ती कहा करते सी ये तां कोई संत मालूम हुंदा है। आप दी उम्र दे नाल नाल उस जीवन मिठी जबान मिलापी सुभाव ते सेवा की इच्छा वधदी गई। राग विद्या का आप नूं शौक सी, इसलिए आप बड़े चंगे तरीके नाल आनंदमई श्री आसा की बार का कीर्तन कर लग जाते ते विदवता भरी श्री गुरु ग्रंथ साहिब जी की कथा करन विच प्रवीण हो गए। इस तरह गुरबाणी की खोज, शब्द कीर्तन का प्रेम, पंथक सेवा करन दे चाह विच वाधा हुंदा गया। पिता जी दे अकाल चलाने पिछों आप तख्त श्री केसगढ़ साहिब दे महंत थापे गए तां आपने पूर्ण गुरमत अनुसार इस सेवा नूं निभाया। आप श्री तख्त साहिब दी सेवा करदियां ऊच नीच जां जात पात दे ख्यालां नूं कदी नेड़े नहीं सी आउण दिंदे। इसे लिए पुराने जात पात दे वहमां विच फसे महंत इन्हां नाल ईर्खा करन लगे। कुछ समा तख्त श्री केसगढ़ साहिब की सेवा करन उपरंत आप दे मन अंदर गुरु अस्थानां दे दर्शन करन दी तांग उठी। आप तख्त श्री हजूर साहिब दे दर्शन लई हाजिर होए। इत्थे ही आपने अमृत छकिया ते आप दा नाम करम सिंह परवान होया। सिख संगत विच आप इसे नाम नाल प्रसिद्ध होए। उपरंत आप तख्त श्री केसगढ़ साहिब आए, उदों गुरुद्वारा प्रबंध सुधार लहर जोरां विच सी। गुरु के बाग दा मोर्चा लगा होया सी कि आपने हो रहे तशद्दद नूं देख के तख्त श्री केसगढ़ साहिब दी महंती दे ख्याल ते जद्दी विरासत दे भाव नूं त्याग के श्री तख्त साहिब दा प्रबंध पंथ दे हवाले कर दिता ते आण के श्री अमृतसर विच डेरे ला लए। गुरुद्वारा गुरु के बाग दे मोर्चे विच दिलों लगन ते प्यार नाल काफी सेवा की। इस सेवा विच आप दी धर्म पत्नी आप दे नाल सी, जो लंगर ते जख्मियां दी सेवा विच बड़ा हिस्सा लैंदी रही। इत्थों आप गुरुद्वारा श्री पंजा साहिब जी दे दर्शनां लई चल पए। भाई करम सिंह जी ने शब्द कीर्तन ते विदवता भरी कथा दा प्रभाव आरंभ किया, क्योंकि आप राग विद्या ते माहिर सन। इसे लिए आप दा कीर्तन संगत दे मन ते गहरा असर करता सी। आप दा भरवां चेहरा, सुंदर काला भरवां दाड़ा, सोहल बदन, मिठा सुभाव मिलण वाले नूं अपने वल खिंचदा सी। भाई साहिब जी दी धर्म पत्नी जी भी लंगर दी सेवा विच जुटे रहंदे अपने 4-5 दिनां विच गुरुद्वारा श्री पंजा साहिब रहंदे होए साध संगत दे दिलां विच प्यार ते सम्मान पा लिया सी। गुरुद्वारा मोर्चा गुरु का बाग दा नजारा आपने अखीं तक्या सी। आप जानते सी कि किस तरह शांतमई तरीके नाल कड़ियां वर्गे जवान कुट्टे जा रहे सी। वो जवान जे मारन वाले जरवाणियां पर टुट पैंदे तां कल्ला कल्ला 10-20 नूं मरोड़ दिंदा, पर पंथ दा हुक्म नहीं सी। गुरु के बाग दे धर्मी बंदियां नूं सजावां दे के जेल विच बंद करना आरंभ कर दिता गया। धर्म की खातर हस हस के कष्ट उठाउण वाले वीरां ने जेलों वाल वहीरां पा दित्तियां। पंजाब दे जेल नका नक भर गए, जिस पर इन्हां नूं स्पैशल रेल गड्डियां द्वारा अटक अते होर थावां ते जेलां विच भेजना शुरू कर दिता गया। 30 अक्तूबर 1922 ईस्वी वाले दिन
ਸ਼੍ਰੀ ਪੰਜਾ ਸਾਹਿਬ ਦੇ ਗੁਰਦੁਆਰੇ ਵਿੱਚ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਗੁਰਮੁਖ ਪਿਆਰੇ ਭਾਈ ਕਰਮ ਸਿੰਘ ਜੀ ਆਨੰਦਮਈ ਆਸਾ ਕੀ ਵਾਰ ਦਾ ਕੀਰਤਨ ਕਰ ਰਹੇ ਸੀ। ਭਾਈ ਸਾਹਿਬ ਦੇ ਕੀਰਤਨ ਵਿੱਚ ਰੋਜ਼ ਨਾਲੋਂ ਨਿਰਾਲਾ ਰਸ ਤੇ ਅਨੋਖਾ ਆਨੰਦ ਪ੍ਰਾਪਤ ਹੋ ਰਿਹਾ ਸੀ। ਭਾਈ ਸਾਹਿਬ ਨੇ ਪਹਿਲਾਂ ਪੱਖਾ ਫੇਰੀ ਪਾਣੀ ਢੋਵਾਂ ਬੜੇ ਪ੍ਰੇਮ ਨਾਲ ਸ਼ਬਦ ਪੜਿਆ, ਫਿਰ ਮਰੋ ਤਾਂ ਹਰ ਕੇ ਦੁਆਰ ਸ਼ਬਦ ਬੜੇ ਮਿੱਠੇ ਤੇ ਦਿਲ ਵਿਨਵੇਂ ਸੁਰ ਨਾਲ ਗਾਇਨ ਕੀਤਾ। ਆਸਾ ਕੀ ਵਾਰ ਦਾ ਅਜੇ ਭੋਗ ਨਹੀਂ ਸੀ ਪਿਆ ਕਿ ਉਧਰੋਂ ਇੱਕ ਸਿੰਘ ਦੇ ਦੀਵਾਨ ਵਿੱਚ ਬੰਦੀ ਸਿੰਘਾਂ ਦੀ ਸਪੈਸ਼ਲ ਰੇਲ ਗੱਡੀ ਹਸਨ ਅਬਦਾਲ ਤੋਂ ਲੰਘਣ ਬਾਰੇ ਚਰਚਾ ਛੇੜੀ। ਇਸ ਖਬਰ ਨੇ ਸੰਗਤ ਦੇ ਦਿਲਾਂ ਵਿੱਚ ਉਹਨਾਂ ਸੂਰਬੀਰਾਂ ਦੇ ਦਰਸ਼ਨ ਲਈ ਤਾਂਘ ਤੇ ਸੇਵਾ ਦਾ ਉਤਸ਼ਾਹ ਪੈਦਾ ਕਰ ਦਿੱਤਾ ਤੇ ਨਾਲ ਹੀ ਸੰਗਤ ਸਿੰਘਾਂ ਦੀ ਸੇਵਾ ਦੀ ਤਿਆਰੀ ਵਿੱਚ ਜੁਟ ਗਈ। ਭਾਈ ਕਰਮ ਸਿੰਘ ਜੀ ਆਸਾ ਕੀ ਵਾਰ ਦਾ ਭੋਗ ਪਾ ਕੇ ਦੀਵਾਨ ਦੀ ਸਮਾਪਤੀ ਉਪਰੰਤ ਅਰਦਾਸ ਕਰਕੇ ਸੰਗਤੀ ਰੂਪ ਵਿੱਚ ਸ਼ਬਦ ਪੜ੍ਹਦੇ ਪਲੇਟਫਾਰਮ ਤੇ ਪੁੱਜੇ। ਸਿੰਘਾਂ ਦੀਆਂ ਸ਼ਹਾਦਤਾਂ। ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕਰਨ ਦਾ ਫੈਸਲਾ ਕਰ ਲਿਆ ਸੀ। ਰੇਲ ਗੱਡੀ ਤੇਜ਼ੀ ਨਾਲ ਆ ਰਹੀ ਸੀ। ਸੰਗਤ ਭੈ ਮੁਕਤ ਹੋ ਕੇ ਰੇਲ ਦੀ ਪਟੜੀ ਤੇ ਬੈਠੀ ਸੀ। ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਦੋਵੇਂ ਸਭ ਤੋਂ ਅੱਗੇ ਲੇਟੇ ਹੋਏ ਸੀ। ਇੰਜਣ ਉਹਨਾਂ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰਦਾ ਹੋਇਆ ਦੋਹਾਂ ਤੋਂ ਲੰਘ ਗਿਆ। ਦੋਹਾਂ ਦੇ ਸਰੀਰ ਰੇਲ ਦੇ ਪਹੀਆਂ ਵਿੱਚ ਫਸ ਕੇ ਪਿੰਜੇ ਗਏ। ਗੱਡੀ ਖੜੀ ਹੋ ਗਈ। ਨਾਲ ਬੈਠੇ ਸਿੰਘਾਂ ਨੂੰ ਭਾਰੀ ਸੱਟਾਂ ਲੱਗੀਆਂ ਤੇ ਉਹ ਫੱਟੜ ਹੋ ਗਏ। ਰੇਲਵੇ ਲਾਈਨ ਦੇ ਦੋਹਾਂ ਪਾਸੇ ਸੈਂਕੜੇ ਦੀ ਗਿਣਤੀ ਵਿੱਚ ਸੰਗਤ ਦਰਦਨਾਕ ਦ੍ਰਿਸ਼ ਨੂੰ ਵੇਖ ਕੇ ਤਰਾ ਕਰ ਉੱਠੀ ਸੀ। ਜਦ ਉਹਨਾਂ ਦੋਹਾਂ ਨੂੰ ਇੰਜਣ ਦੇ ਪਹੀਆਂ ਚੋਂ ਕੱਢਿਆ ਗਿਆ ਤਾਂ ਉਹ ਅਜੇ ਸਿਸਕ ਰਹੇ ਸੀ। ਬਾਕੀ ਜ਼ਖਮੀ ਸਿੰਘਾਂ ਦੀ ਦੇਖਭਾਲ ਕੀਤੀ ਜਾ ਰਹੀ ਸੀ। ਡਿਪਟੀ ਕਮਿਸ਼ਨਰ ਨੂੰ ਇਸ ਦੀ ਇਤਲਾਹ ਮਿਲੀ ਕਿ ਉਹ ਮੌਕੇ ਤੇ ਪਹੁੰਚ ਗਿਆ। ਜਦ ਸੰਗਤ ਨੇ ਦਮ ਤੋੜ ਰਹੇ ਸ਼ਹੀਦਾਂ ਨੂੰ ਸੰਭਾਲ ਕਰਨ ਦਾ ਯਤਨ ਕੀਤਾ ਤਾਂ ਉਸ ਸਮੇਂ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਨੇ ਕਿਹਾ ਕਿ ਗੱਡੀ ਵਿੱਚ ਬੈਠੇ ਵੀਰਾਂ ਦੀ ਸੇਵਾ ਕਰ ਲਓ, ਫਿਰ ਸਾਡੀ ਸੰਭਾਲ ਕਰ ਲੈਣੀ। ਉਹਨਾਂ ਦੀ ਇੱਛਾ ਅਨੁਸਾਰ ਗੱਡੀ ਵਿੱਚ ਜਾ ਰਹੇ ਸਿੰਘਾਂ ਨੂੰ ਲੰਗਰ ਵਰਤਾ ਦਿੱਤਾ ਗਿਆ। ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਦੇ ਇੰਜਣ ਹੇਠ ਆ ਕੇ ਪਿੰਜੇ ਸਰੀਰਾਂ ਨੂੰ ਵੇਖ ਕੇ ਸਭ ਖਾਣਾ ਪੀਣਾ ਭੁੱਲ ਗਏ। ਕਰੁਣਾ ਰਸ ਨਾਲ ਭਰੇ ਸਿੰਘਾਂ ਦੀ ਗੱਡੀ ਅਟਕ ਵੱਲ ਚਲੀ ਗਈ। ਸੰਗਤ ਨੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਨੂੰ ਜ਼ਖਮੀ ਹਾਲਤ ਵਿੱਚ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਲਿਆਂਦਾ, ਜਿੱਥੇ ਉਹ ਪੰਜ ਭੂਤਕ ਜਿਸ ਤਰ੍ਹਾਂ ਹਨੇਰੀ ਰਾਤ ਵਿੱਚ ਨਿਰਮਲ ਆਕਾਸ਼ ਅੰਦਰ ਤਾਰੇ ਚਮਕਦੇ ਨੇ, ਉਹ ਆਪਣੀ ਲੋਹ ਨਾਲ ਭੁੱਲੇ ਭਟਕੇ ਮੁਸਾਫਰਾਂ ਨੂੰ ਪੰਧ ਦੀ ਸੇਧ ਦਿੰਦੇ ਨੇ। ਇਸੇ ਤਰ੍ਹਾਂ ਸ਼੍ਰੀ ਪੰਜਾ ਸਾਹਿਬ ਦੇ ਸ਼ਹੀਦ ਭਾਈ ਪ੍ਰਤਾਪ ਸਿੰਘ ਤੇ ਸ਼ਹੀਦ ਭਾਈ ਕਰਮ ਸਿੰਘ ਜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖੀ ਸਿਦਕ ਅਤੇ ਕੁਰਬਾਨੀਆਂ ਦਾ ਪ੍ਰਕਾਸ਼ ਦਿੰਦੇ ਰਹਿਣਗੇ। ਇਹ ਇੱਕ ਵਿਲੱਖਣ ਮਿਸਾਲ ਹੈ ਕਿ ਕੇਵਲ ਭੁੱਖੇ ਕੈਦੀਆਂ ਨੂੰ ਪ੍ਰਸ਼ਾਦਾ ਛਕਾਉਣ ਤੇ ਸੇਵਾ ਭਾਵ ਤੇ ਪ੍ਰੇਮ ਦੀ ਖਾਤਰ ਇਸ ਤਰ੍ਹਾਂ ਸਾਹਮਣੇ ਮੌਤ ਦੇਖ ਕੇ ਫਿਰ ਮੌਤ ਨੂੰ ਗਲੇ ਲਾਉਣਾ ਇੱਕ ਦਲੇਰੀ ਭਰਿਆ ਕਾਰਨਾਮਾ ਹੈ। ਉਸ ਸਮੇਂ ਦਾ ਨਜ਼ਾਰਾ ਕੈਸਾ ਅਚਰਜ ਤੇ ਇਤਿਹਾਸ ਵਿੱਚ ਚਮਕਦਾ ਰਹਿਣ ਵਾਲਾ ਹੈ। ਜਦਕਿ ਸਿੰਘ ਵਾਹੋ ਦਾ ਭੱਜੀ ਆ ਰਹੀ ਗੱਡੀ ਨੂੰ ਦੇਖ ਕੇ ਮੌਤ ਨੂੰ ਸਾਹਮਣੇ ਤੱਕਦੇ ਹੋਏ ਰੇਲ ਦੀ ਪਟੜੀ ਪਰ ਅਡੋਲ ਬੈਠੇ ਹੋਏ ਸੀ। ਜਦ ਸੰਗਤ ਫੱਟੜਾਂ ਤੇ ਸੈਂਕੜੇ ਸ਼ਹੀਦਾਂ ਨੂੰ ਸੰਭਾਲ ਰਹੀ ਸੀ, ਪਰ ਚਲਾਣਾ ਕਰ ਰਹੇ ਸਿੰਘ ਇਹ ਕਹਿ ਰਹੇ ਸੀ ਕਿ ਸਾਡੀ ਪਰਵਾਹ ਨਾ ਕਰੋ, ਪਹਿਲਾਂ ਗੱਡੀ ਵਾਲੇ ਸਿੰਘਾਂ ਨੂੰ ਪ੍ਰਸ਼ਾਦਾ ਛਕਾ ਦਿਓ। ਇਹ ਦਰਦਨਾਕ ਘਟਨਾਕ੍ਰਮ ਨੂੰ ਸਿੱਖ ਇਤਿਹਾਸ ਵਿੱਚ ਸਾਕਾ ਸ਼੍ਰੀ ਪੰਜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਾਕੇ ਦੌਰਾਨ ਸ਼ਹੀਦ ਅਤੇ ਫੱਟੜ ਹੋਏ ਸਿੰਘਾਂ ਦੇ ਨਾਵਾਂ ਤੇ ਥਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ। ਸ਼ਹੀਦ ਸਿੰਘ ਭਾਈ ਪ੍ਰਤਾਪ ਸਿੰਘ ਜੀ ਪਿੰਡ ਅਕਾਲਗੜ੍ਹ, ਜ਼ਿਲ੍ਹਾ ਗੁਜਰਾਂਵਾਲਾ, ਖਜ਼ਾਨਚੀ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਤੇ ਭਾਈ ਕਰਮ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ। ਫੱਟੜ ਸਿੰਘ ਭਾਈ ਗੰਗਾ ਸਿੰਘ ਜੀ ਪਿੰਡ ਮਜਾਹ, ਜ਼ਿਲ੍ਹਾ ਅਟਕ। ਭਾਈ ਚਰਨ ਸਿੰਘ ਜੀ ਪਿੰਡ ਮਜਾਹ, ਜ਼ਿਲ੍ਹਾ ਅਟਕ। ਭਾਈ ਨਿਹਾਲ ਸਿੰਘ ਪਿੰਡ ਲਾਲਪੁਰਾ, ਜ਼ਿਲ੍ਹਾ ਅੰਮ੍ਰਿਤਸਰ। ਭਾਈ ਭਾਗ ਸਿੰਘ ਜੀ ਪਿੰਡ ਕੜਿਆਲ, ਜ਼ਿਲ੍ਹਾ ਕੈਮਲਪੁਰ। ਭਾਈ ਫਕੀਰ ਸਿੰਘ ਜੀ ਸ਼੍ਰੀ ਪੰਜਾ ਸਾਹਿਬ ਨਿਵਾਸੀ ਤੇ ਭਾਈ ਕਲਿਆਣ ਸਿੰਘ ਜੀ ਪਿੰਡ ਮਤਿਹਾਰੀ, ਜ਼ਿਲ੍ਹਾ ਮੁਜ਼ੱਫਰਾਬਾਦ।
ਸ਼੍ਰੀ ਪੰਜਾ ਸਾਹਿਬ ਦੇ ਸਾਕੇ ਦੌਰਾਨ ਸ਼ਹੀਦ ਹੋਏ ਦੋਵੇਂ ਸਿੰਘ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦਾ ਲਗਭਗ 15,000 ਸੰਗਤ ਦੀ ਹਾਜ਼ਰੀ ਵਿੱਚ ਰਾਵਲਪਿੰਡੀ ਵਿਖੇ ਸੰਸਕਾਰ ਕੀਤਾ ਗਿਆ। ਇਸ ਸਾਕੇ ਦੌਰਾਨ ਜ਼ਖਮੀ ਹੋਏ ਸਿੰਘਾਂ ਵਿੱਚੋਂ 3 ਨੂੰ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵਿੱਚ ਅਤੇ ਬਾਕੀਆਂ ਨੂੰ ਹਸਨ ਅਬਦਾਲ ਹਸਪਤਾਲ ਵਿੱਚ ਜ਼ੇਰੇ ਇਲਾਜ ਭੇਜਿਆ ਗਿਆ। ਸ਼੍ਰੀ ਪੰਜਾ ਸਾਹਿਬ ਦੀ ਪਵਿੱਤਰ ਧਰਤੀ ਪਹਿਲਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਤਸ਼ਾਹ ਦੇ ਬਖਸ਼ੇ ਹੋਏ ਅੰਮ੍ਰਿਤ ਰੂਪੀ ਜਲ ਦੇ ਪ੍ਰਵਾਹ ਕਾਰਨ ਪਵਿੱਤਰ ਸੀ। ਇਸ ਸ਼ਹੀਦੀ ਖੂਨ ਨੇ ਇਸ ਧਰਤ ਨੂੰ ਹੋਰ ਵੀ ਰੰਗਤ ਚਾੜੀ। ਕੌਣ ਇਨਸਾਫ ਤੇ ਸੱਚਾਈ ਪਸੰਦ ਇਸਤਰੀ ਪੁਰਸ਼ ਹੈ ਜਿਸ ਨੂੰ ਇਸ ਸ਼ਾਨਦਾਰ ਸ਼ਹੀਦੀ ਪਰ ਮਾਣ ਨਾ ਹੋਵੇ। ਇਹਨਾਂ ਸ਼ਹੀਦਾਂ ਦੀ ਕਰਨੀ ਦਾ ਧਿਆਨ ਧਰ ਕੇ ਲੂੰ ਕੰਡੇ ਖੜੇ ਹੋ ਜਾਂਦੇ ਨੇ। ਠੀਕ ਹੈ, ਉਪਕਾਰੀ ਤੇ ਆਪਾ ਵਾਰਨ ਵਾਲੇ ਪ੍ਰੇਮੀ ਇਹ ਨਹੀਂ ਦੇਖਿਆ ਕਰਦੇ ਕਿ ਉਹਨਾਂ ਨੂੰ ਕੀ ਖੇਦ ਪੁੱਜੇਗਾ। ਉਹ ਜਿਸ ਪ੍ਰਣ ਉੱਤੇ ਡਟ ਜਾਣ ਉਸ ਨੂੰ ਆਪਣੇ ਸਿਰ ਨਾਲ ਨਿਭਾਉਂਦੇ ਨੇ। ਇਸ ਲਈ ਇਹ ਕਹਾਵਤ ਮਸ਼ਹੂਰ ਹੈ ਕਿ ਸੂਰਮੇ ਸਿਰ ਦਿੰਦੇ ਨੇ ਪਰ ਸਿਰ ਨਹੀਂ ਦਿੰਦੇ। ਰੇਲ ਗੱਡੀ ਦਾ ਡਰਾਈਵਰ ਜ਼ਿਲ੍ਹਾ ਗੁਜਰਾਤ ਦਾ ਇੱਕ ਅਰਾਈ ਮੁਸਲਮਾਨ ਸੀ। ਉਹਦੇ ਵਿਰੁੱਧ ਸਰਕਾਰ ਨੇ ਹਾਈ ਕੋਰਟ ਦੇ ਇੱਕ ਜੱਜ ਤੋਂ ਪੜਤਾਲ ਕਰਵਾਈ ਕਿ ਉਹਨੇ ਗੱਡੀ ਕਿਉਂ ਖੜੀ ਕੀਤੀ। ਉਸ ਡਰਾਈਵਰ ਦੇ ਜੱਜ ਸਾਹਮਣੇ ਦਿੱਤੇ ਬਿਆਨ ਬੜੇ ਇਤਿਹਾਸਕ ਮਹੱਤਤਾ ਵਾਲੇ ਨੇ। ਉਹਨਾਂ ਕਿਹਾ ਕਿ ਮੈਨੂੰ ਗੱਡੀ ਕਿਸੇ ਵੀ ਕੀਮਤ ਤੇ ਖੜੀ ਨਾ ਕਰਨ ਦਾ ਜ਼ੁਬਾਨੀ ਹੁਕਮ ਮਿਲਿਆ ਸੀ। ਮੈਂ ਉਸ ਹੁਕਮ ਅਨੁਸਾਰ ਗੱਡੀ ਖੜੀ ਨਹੀਂ ਸੀ ਕੀਤੀ ਤੇ ਪੂਰੀ ਰਫ਼ਤਾਰ ਨਾਲ ਲਿਜਾ ਰਿਹਾ ਸਾਂ। ਜਦ ਸੰਗਤ ਵਿੱਚ ਜਾ ਕੇ ਗੱਡੀ ਵੱਜੀ ਤਾਂ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਗੱਡੀ ਕਿਸੇ ਪਹਾੜ ਨਾਲ ਟਕਰਾਈ ਹੋਵੇ। ਫਿਰ ਮੇਰਾ ਹੱਥ ਵੈਕਮ ਤੋਂ ਛੁੱਟ ਗਿਆ ਤੇ ਗੱਡੀ ਖੜੀ ਹੋ ਗਈ। ਇੰਜਨ ਦੀ ਪੜਤਾਲ ਕਰਨ ਤੇ ਇਹੋ ਨਤੀਜਾ ਨਿਕਲਿਆ ਕਿ ਇਹਨੂੰ ਬ੍ਰੇਕ ਨਹੀਂ ਲੱਗੀ। ਮੈਨੂੰ ਤਾਂ ਇਉਂ ਲੱਗਾ ਜਿਵੇਂ ਕਿਸੇ ਗੁਪਤ ਤਾਕਤ ਨੇ ਆ ਕੇ ਗੱਡੀ ਰੋਕ ਦਿੱਤੀ ਹੋਵੇ। ਉਸ ਡਰਾਈਵਰ ਨੂੰ ਪਿੱਛੋਂ ਸਰਕਾਰ ਨੇ ਨੌਕਰੀ ਤੋਂ ਹਟਾ ਦਿੱਤਾ। ਉਸ ਦਾ ਬਿਆਨ ਦੱਸਦਾ ਹੈ ਕਿ ਸਤਿਗੁਰਾਂ ਦੀ ਅਪਾਰ ਸ਼ਕਤੀ ਨੇ ਉਸ ਸਮੇਂ ਗੱਡੀ ਰੋਕੀ। ਸ਼ਹੀਦ ਭਾਈ ਪ੍ਰਤਾਪ ਸਿੰਘ ਤੇ ਸ਼ਹੀਦ ਭਾਈ ਕਰਮ ਸਿੰਘ ਭਾਵੇਂ ਅੱਜ ਇਸ ਸੰਸਾਰ ਵਿੱਚ ਨਹੀਂ ਰਹੇ, ਪਰ ਜੋ ਘਾਲਣਾ ਉਹ ਘਾਲ ਗਏ ਨੇ, ਉਸ ਕਰਕੇ ਉਹਨਾਂ ਦੇ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹਿਣਗੇ ਤੇ ਅਗਲੀਆਂ ਪੀੜ੍ਹੀਆਂ ਲਈ ਸਿੱਖੀ ਸਿਦਕ ਦੀ ਭਾਵਨਾ ਦੀ ਇੱਕ ਸੁਨਹਿਰੀ ਮਿਸਾਲ ਬਣੇ ਰਹਿਣਗੇ। ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਵਿਖੇ ਇਹਨਾਂ ਸ਼ਹੀਦਾਂ ਦੀ ਯਾਦ ਹਰ ਸਾਲ 15 ਕੱਤਕ ਵਾਲੇ ਦਿਨ ਮਨਾਈ ਜਾਂਦੀ ਹੈ। ਸ਼੍ਰੀ ਪੰਜਾ ਸਾਹਿਬ ਦੇ ਗੁਰਦੁਆਰੇ ਤੇ ਸ਼ਹੀਦੀ ਯਾਦਗਾਰੀ ਦਿਨ ਸੰਬੰਧੀ ਇੱਕ ਕਵੀ ਨੇ ਬਖੂਬੀ ਕਿਹਾ ਹੈ ਕਿ ਜਿੱਥੇ ਵਿੱਚ ਚਸ਼ਮੇ ਦੇ ਨਹਾਤਿਆਂ ਸੀ ਚੜ ਜਾਂਦੀ, ਅੱਗੇ ਗੂੜੀ ਨਾਮ ਦੀ ਰੰਗਣ ਸੰਸਾਰ ਨੂੰ, ਪਾਵਨ ਪਵਿੱਤਰ ਸ਼ਹੀਦੀ ਖੂਨ ਨਾਲ ਦੇਖੋ, ਉੱਥੇ ਹੀ ਸ਼ਹੀਦੀ ਰੰਗ ਚੜੇ ਨਰ ਨਾਰ ਨੂੰ। ਪ੍ਰਤਾਪ ਹਰੀ ਕਰਮ ਵਿਛਾਏ ਕੇ ਤੇ ਛਾਤੀਆਂ ਨੂੰ ਰੋਕਿਆ ਸੀ ਜਿੱਥੇ ਬੰਬੇ ਤੇਜ਼ ਰਫ਼ਤਾਰ ਨੂੰ। ਕੱਤਕ ਮਹੀਨੇ ਸਦੀ 14ਵੀਂ ਤੇ 16 ਤੀ ਆਣ ਕੇ ਤੇ ਤੱਕੇ ਤੇ ਤਕਾਓ ਪਰਿਵਾਰ ਨੂੰ, ਆਣ ਕੇ ਤੇ ਤੱਕੇ ਤੇ ਤਕਾਓ ਪਰਿਵਾਰ ਨੂੰ। ਇਹ ਸੀ ਕਿਤਾਬ ਸ਼ਹੀਦੀ ਸਾਕਾ ਸ਼੍ਰੀ ਪੰਜਾ ਸਾਹਿਬ, ਜਿਹੜੀ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਸਾਕੇ ਦੀ 100 ਸਾਲਾ ਸ਼ਤਾਬਦੀ ਮੌਕੇ ਅਸੀਂ ਇਹਨਾਂ ਮਹਾਨ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ।